ਸ੍ਰੀ ਵਾਹਿਗੁਰੂ ਸਾਹਿਬ ਜੀ। ਦਰਸ਼ਨ ਪਿਆਸੀ ਦਿਨ ਸੁਰਾਤ, ਚਿਤੂ ਅਨ ਦਿਨ ਨੀਤ। ਹੋਲ ਕਪਟ ਗੁਰੂ ਮਿਲਿਆ, ਨਾਨਕ ਹਰ ਸੰਗ ਮੀਤ। ਸੁਣ ਯਾਰ ਹਮਾਰੇ ਸਜਣ, ਇਕ ਕਰੋ ਬੇਨੰਤੀਆ। ਤਿਸ ਮੋਹਨ ਲਾਲ ਪਿਆਰੇ, ਹਉ ਫਿਰੋ ਕੋ ਜੰਤੀਆ। ਤਿਸ ਦਸ ਪਿਆਰੇ, ਸਿਰ ਧਰੀ ਉਤਾਰੇ। ਇਕ ਭੋਰੀ ਦਰਸ਼ਨ ਦੀਜੈ, ਨੈਣ ਹਮਾਰੇ ਪਿਆਰੰਗ ਰੰਗਾਰੀ। ਇਕ ਤਿਲ ਪੀਨਾ ਤਰੀਜੈ, ਪ੍ਰਭ ਸਿਉ ਮਨ ਲੀਨਾ। ਜਿਉ ਜਲ ਨੀਨਾ, ਚਾਤ੍ਰਿਕ ਜਿਵੇਂ ਤਸੰਤੀਆ। ਜਨ ਨਾਨਕ ਗੁਰ ਪੂਰਾ ਪਾਇਆ, ਸਗਲੀ ਤਿਖਾ ਬੁਝੰਤੀਆ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਸਤਿਗੁਰ ਤੇ ਜੋ ਮੋਹ ਫਿਰੇ, ਸੇ ਪਦੇ ਦੁਖ ਸਹਾਏ। ਫਿਰ ਮਿਲਣ ਨ ਪਾਏ ਨੇ, ਜਮੈ ਤੈ ਮਰ ਜਾਏ। ਸਤਿਗੁਰ ਤੇ ਜੋ ਮੋਹ ਫਿਰੇ, ਸੇ ਪਦੇ ਦੁਖ ਸਹਾਏ। ਫਿਰ ਮਿਲਣ ਨ ਪਾਏ ਨੀ, ਜਮਹਿ ਤੈ ਮਰ ਜਾਏ। ਸਹਸਾ ਰੋਗ ਨਾ ਛੋਡਈ, ਦੁਖ ਹੀ ਮੈਂ ਦੁਖ ਪਾਏ। ਨਾਨਕ ਨਦਰੀ ਬਖਸ਼ ਦੇ, ਸ਼ਬਦੇ ਮੇਲ ਮਿਲਾਏ। ਮਹਲਾ ਤੀਜਾ। ਜੋ ਸਤਿਗੁਰ ਤੇ ਮੋਹ ਫਿਰੇ, ਤਿਨਾ ਠੌਰ ਨਾ ਠਾਓ। ਜੋ ਛੁਟੜ ਕਰ ਕਰ ਫਿਰੈ, ਦੋ ਚਾਰਣ ਬਦਨਾਉ। ਨਾਨਕ ਗੁਰਮੁਖ ਬਖਸ਼ੀਐ ਹੈ, ਸੇ ਸਤਿਗੁਰ ਮੇਲ ਮਿਲਾਉ। ਪੌੜੀ। ਜੋ ਸੇਵੇ ਸਤ ਮੁਰਾਦ, ਸੇ ਭਵਜਲ ਤਰ ਗਿਆ। ਜੋ ਬੋਲੇ ਹਰਿ ਹਰਿ ਨਾਉ, ਤਿਨ ਜਮ ਛੱਡ ਗਿਆ। ਸੇ ਦਰਗਹਿ ਪੈਂਦੇ ਜਾਹੇ, ਜਿਨਾ ਹਰਿ ਜਪ ਲਿਆ। ਹਰਿ ਸੇਵੀ ਸੇ ਪੁਰਖ, ਜਿਨਾ ਹਰਿ ਤੁਧ ਮਿਆ। ਗੁਣ ਗਾਵਾ ਪਿਆਰੇ ਨਿਤ, ਗੁਰਮੁਖ ਬ੍ਰਹਮ ਪਉ ਗਿਆ। ਗੁਣ ਗਾਵਾ ਪਿਆਰੇ ਨਿਤ, ਗੁਰਮੁਖ ਬ੍ਰਹਮ ਪਉ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੋ ਜੀ ਮੁਬਾਰਕ ਬਚਨ ਆਪ ਜੀਆਂ ਨੇ ਹੁਕਮਨਾਮਾ ਸਰਵਣ ਕੀਤਾ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਦਰਬਾਰ ਤੋਂ, ਜਿਸ ਦਰਬਾਰ ਤੇ ਬੜੀਆਂ ਹੀ ਬਖਸ਼ਿਸ਼ਾਂ, ਬਹੁਤ ਹੀ ਰਹਿਮਤਾਂ ਹਨ। ਜਿਹੜੇ ਵੀ ਉਸ ਦਰਬਾਰ ਦੇ ਨਾਲ ਜੁੜੇ ਨੇ ਪਿਆਰਿਓ, ਉਹਨਾਂ ਨੂੰ ਰਹਿਮਤਾਂ ਦੇ ਨਾਲ ਮਾਲਕ ਨਿਵਾਜਦਾ ਹੈ। ਇਹ ਜੋ ਸ਼ਬਦ ਹੈ 645 ਅੰਕ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ ਦਰਜ ਹੈ। ਤੀਸਰੇ ਨਾਨਕ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਦੇ ਇਹ ਦੋਨੋਂ ਹੀ ਸ਼ਲੋਕ ਉਚਾਰਨ ਕੀਤੇ ਹੋਏ, ਅਤੇ ਜੋ ਪੌੜੀ ਹੈ ਉਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੀ ਉਚਾਰਨ ਕੀਤੀ ਹੋਈ, ਜੋ ਆਪ ਜੀਆਂ ਨੇ ਸਰਵਣ ਕੀਤੀ ਹੈ। ਤੇ ਆਓ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਜਿਸ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਦਰ ਤੋਂ ਸਾਰੇ ਹੀ ਬਖਸ਼ਿਸ਼ਾਂ ਦੇ ਨਾਲ ਝੋਲੀਆਂ ਭਰਦੇ ਹਨ,
ਉਸ ਦਰਬਾਰ ਦੇ ਨਾਲ ਨਮਸਤਕ ਹੋ ਕਰਕੇ ਮਨੋਬਿਰਤੀਆਂ ਨੂੰ ਜੋੜ ਕਰਕੇ ਸਤਿਗੁਰੂ ਦੇ ਚਰਨਾਂ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਮਹੱਲਾ ਤੀਜਾ। ਸਤਿਗੁਰੂ ਜੋ ਬਖਸ਼ਿਸ਼ ਕਰ ਰਹੇ ਨੇ ਇਸ ਸ਼ਲੋਕ ਦੇ ਵਿੱਚ, ਸਤਿਗੁਰ ਤੇ ਜੋ ਮੂੰਹ ਫਿਰੇ ਸੇ ਬੱਧੇ ਦੁਖ ਸਹਾਏ। ਸ਼ਲੋਕ ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਨੇ ਮਨਮੁਖਾਂ ਨੇ ਸਤਿਗੁਰੂ ਨੂੰ ਪਿੱਠ ਕੀਤੀ ਹੋਈ ਹੈ, ਮੂੰਹ ਫਿਰੇ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਇਹਦਾ ਤੇ ਸਿਰ ਫਿਰਿਆ ਹੋਇਆ, ਕਹਿੰਦੇ ਇਹਨੂੰ ਪਤਾ ਕੁਝ ਨਹੀਂ ਲੱਗਦਾ। ਮੂੰਹ ਫਿਰੇ ਵੀ ਇਸੇ ਤਰ੍ਹਾਂ ਹੀ ਉਹਨਾਂ ਨੂੰ ਮਨਮੁਖਾਂ ਨੂੰ ਕਹਿ ਸਕਦੇ ਹਾਂ। ਜਿਹੜੇ ਮਨਮੁਖ ਹਨ, ਜਿਹੜੇ ਗੁਰਮੁਖ ਨੇ ਉਹ ਗੁਰੂ ਦੇ ਅਨੁਸਾਰੀ ਹੋ ਕੇ ਚੱਲਦੇ ਨੇ, ਤੇ ਜਿਹੜੇ ਮਨਮੁਖ ਨੇ ਪਿਆਰਿਓ ਉਹ ਗੁਰੂ ਤੋਂ ਪਾਸਾ ਹਮੇਸ਼ਾ ਵੱਟ ਕੇ ਰੱਖਦੇ ਨੇ। ਉਹ ਗੁਰੂ ਦੇ ਨੇੜੇ ਤੇੜੇ ਨਹੀਂ ਪਿਆਰਿਓ ਹੁੰਦੇ ਉਹਨਾਂ ਨੂੰ, ਕਿਉਂਕਿ ਜਦੋਂ ਬਾਣੀ ਦੇ ਤੀਰ ਵੱਜਦੇ ਨਾ, ਬਾਣੀ ਜਦੋਂ ਸੱਚ ਕਹਿੰਦੀ ਹੈ ਉਹਨਾਂ ਦੇ ਕੋਲੋਂ ਸੁਣਿਆ ਨਹੀਂ ਜਾਂਦਾ। ਫਿਰ ਉਹ ਪਤਾ ਕਈ ਵਾਰੀ ਕੀ ਕਹਿੰਦੇ ਨੇ, ਕਹਿੰਦੇ ਆਓ ਵੇਖੋ ਬਾਣੀ ਦੇ ਵਿੱਚ ਜੋ ਗਿਆਨੀ ਜੀ ਜੋ ਕਥਾਵਾਚਕ ਜੋ ਵੀ ਕਰਦੇ ਨੇ ਕਥਾ, ਉਹ ਕਹਿੰਦੇ ਇੱਕ ਕਹਾਵਤ ਆਉਂਦੀ ਹੈ, ਕੋਈ ਚੋਰ ਤੁਰੇ ਜਾ ਰਹੇ ਸਨ, ਚੋਰ ਤੁਰੇ ਜਾ ਰਹੇ ਤੇ ਉਹ ਆਪਸ ਦੇ ਵਿੱਚ ਗੱਲਾਂ ਕਰਦੇ ਜਾ ਰਹੇ ਸਨ, ਆਪਸ ਦੇ ਵਿੱਚ ਗੱਲਾਂ ਕਰਦੇ ਜਾ ਰਹੇ ਸਨ। ਇੱਕ ਕਹਿੰਦਾ ਕਿ ਚਲੋ ਚਲੀਏ, ਕਹਿੰਦੇ ਆ ਲਾਗੇ ਕਹਿੰਦੇ ਸਤਸੰਗ ਹੋ ਰਿਹਾ, ਕਹਿੰਦੇ ਨਹੀਂ ਇੱਥੇ ਨਹੀਂ ਜਾਣਾ, ਕਹਿੰਦੇ ਇਹ ਜਿਤਨੇ ਵੀ ਹਨ ਪ੍ਰਭੂ ਦੇ ਪਿਆਰੇ ਬੰਦਗੀ ਵਾਲੇ, ਇਹ ਕਹਿੰਦੇ ਜਦੋਂ ਵੀ ਬੋਲਦੇ ਨੇ ਇਹ ਸਾਡੀ ਨਿੰਦਿਆ ਕਰਦੇ ਨੇ, ਇਹ ਚੋਰਾਂ ਨੂੰ ਬਹੁਤ ਮਾੜਾ ਕਹਿੰਦੇ ਨੇ, ਇਹ ਕਹਿੰਦੇ ਚੋਰਾਂ ਨੂੰ ਬਹੁਤ ਮਾੜਾ ਕਹਿੰਦੇ ਨੇ, ਡਾਕੂਆਂ ਨੂੰ ਬਹੁਤ ਮਾੜਾ ਕਹਿੰਦੇ ਨੇ। ਅਸੀਂ ਇੱਥੇ ਕੀ ਕਰਨ ਜਾਣਾ, ਸਾਡਾ ਨਹੀਂ ਇੱਥੇ ਕੰਮ ਕੋਈ, ਅਸੀਂ ਨਹੀਂ ਇੱਥੇ ਜਾਣਾ। ਕਹਿੰਦੇ ਜੇ ਇੱਥੇ ਗਏ ਤੇ ਇਹਨਾਂ ਨੇ ਬਾਣੀ ਦੇ ਵਿੱਚ ਸਾਨੂੰ ਜੋ ਕੁਝ ਕਹਿਣਾ ਹੈ ਇਹੋ ਹੀ ਕਹਿਣਗੇ ਕਿ ਬੁਰੇ ਕੰਮ ਕਰਦੇ। ਤੇ ਸਤਿਗੁਰੂ ਦੀ ਬਾਣੀ ਪਿਆਰੋ ਹਮੇਸ਼ਾ ਤਾੜਨਾ ਕਰਦੀ ਹੈ, ਸੁਚੇਤ ਕਰਦੀ ਹੈ, ਇਹ ਸਾਡੇ ਸਾਰਿਆਂ ਵਾਸਤੇ ਹੈ। ਸਤਿਗੁਰੂ ਦੀ ਬਾਣੀ ਉਪਦੇਸ਼ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਇਹ ਉਪਦੇਸ਼ ਜਿਹੜਾ ਸਤਿਗੁਰਾਂ ਦਾ ਹੈ ਪਿਆਰਿਓ ਇਹ ਸਾਰਿਆਂ ਵਾਸਤੇ ਸਾਂਝਾ ਹੈ। ਤੇ ਸਤਿਗੁਰੂ ਕਹਿ ਰਹੇ ਨੇ, ਸਤਿਗੁਰੂ ਦੇ ਜੋ ਮੂੰਹ ਫਿਰੇ, ਜਿਹੜੇ ਸਤਿਗੁਰੂ ਤੋਂ ਬੇਮੁਖ ਹੋਏ ਨੇ ਮਨਮੁਖ ਲੋਕ ਨੇ, ਉਹ ਕਹਿੰਦੇ ਅਖੀਰਕਾਰ ਕਹਿੰਦੇ ਬੱਧੇ ਦੁੱਖ ਸਹਾਏ, ਉਹਨਾਂ ਨੂੰ ਕਹਿੰਦੇ ਬੰਨ੍ਹ ਕੇ ਮਾਰਿਆ ਜਾਵੇਗਾ, ਉਹਨਾਂ ਦੀ ਬਹੁਤ ਬੁਰੀ ਹਾਲਤ ਹੋਵੇਗੀ। ਜਿਹੜੀ ਮਨਮੁਖ ਨੇ, ਜਿਹੜੇ ਸਤਿਗੁਰੂ ਤੋਂ ਦੁਰਕਾਰੇ ਹੋਏ ਨੇ, ਉਹਨਾਂ ਨੂੰ ਅਖੀਰ ਟਾਈਮ ਦੇ ਉੱਤੇ ਬਹੁਤ ਹੀ ਦੁੱਖ ਉਠਾਉਣੇ ਪੈਣਗੇ। ਤੇ ਜਿਹੜੇ ਗੁਰਮੁਖ ਹੋ ਜਾਂਦੇ ਨੇ ਪਿਆਰੋ, ਗੁਰੂ ਦੇ ਨਾਲ ਜੁੜ ਜਾਂਦੇ ਨੇ, ਤੇ ਸਤਿਗੁਰੂ ਉਹਨਾਂ ਦੀ ਬਖਸ਼ਿਸ਼ਾਂ ਕਰਦਾ ਹੈ, ਰਹਿਮਤਾਂ ਕਰਦਾ ਹੈ। ਫਿਰ ਮਿਲਣ ਨਾ ਪਾਏ ਨੇ ਜੰਮੈ ਤੈਂ ਮਰ ਜਾਹੀ। ਉਹ ਕਹਿੰਦੇ ਵਾਰ-ਵਾਰ ਜੰਮਦੇ ਮਰਦੇ ਰਹਿੰਦੇ ਨੇ, ਪਰ ਸਤਿਗੁਰੂ ਦੇ ਨਾਲ ਉਹਨਾਂ ਦਾ ਮਿਲਾਪ ਨਹੀਂ ਹੁੰਦਾ, ਕਿਉਂਕਿ ਉਹਨਾਂ ਦਾ ਮਨ ਬੜਾ ਕਠੋਰ ਹੁੰਦਾ ਹੈ। ਮਨਮੁਖ ਮਨ ਅਜਿਤ ਹੈ ਦੂਜੇ ਲੱਗੇ ਡਾਏ। ਧੰਨ ਗੁਰੂ ਅਮਰਦਾਸ ਜੀ ਆਪਣੇ ਪਾਵਨ ਸ਼ਲੋਕ ਦੇ ਵਿੱਚ ਕਹਿੰਦੇ ਨੇ, ਮਨਮੁਖ ਦੇ ਮਨ ਨੂੰ ਕੋਈ ਜਿੱਤ ਨਹੀਂ ਸਕਦਾ, ਮਨਮੁਖ ਦੇ ਮਨ ਨੂੰ ਕੋਈ ਜਿੱਤ, ਅਜਿਤ ਤੋਂ ਭਾਵ ਉਹ ਜਿੱਤਿਆ ਨਹੀਂ ਜਾ ਸਕਦਾ। ਮਨਮੁਖ ਨੂੰ ਗੱਲਾਂ ਬਹੁਤ ਆਉਂਦੀਆਂ ਹੁੰਦੀਆਂ ਨੇ ਪਿਆਰਿਓ, ਗੱਲਾਂ ਦੇ ਵਿੱਚ ਤੁਹਾਨੂੰ ਕਦੇ ਨਹੀਂ ਆਉਣ ਦੇਵੇਗਾ ਕਦੀ। ਮਨਮੁਖ ਦੀ ਪੱਕੀ ਇਹ ਨਿਸ਼ਾਨੀ ਹੋਇਆ ਕਰਦੀ ਹੈ, ਵੈਸ ਮੁਹਾਸਾ ਬਹੁਤਾ ਕਰੇਗਾ। ਜਿਹੜਾ ਗੁਰਮੁਖ ਆ ਨਾ ਉਹ ਬਿਲਕੁਲ ਸ਼ਾਂਤ ਰਹਿੰਦਾ, ਉਹ ਨਹੀਂ ਬੋਲਦਾ, ਕੋਈ ਵੀ ਕੁਝ ਵੀ ਕਹੀ ਜਾਵੇ ਉਹ ਕਦੇ ਵੀ ਮਨ ਦੇ ਵਿੱਚ ਕਿਸੇ ਦਾ ਬੁਰਾ ਨਹੀਂ ਮੰਨਦਾ। ਤੇ ਮਨਮੁਖ ਨੂੰ ਜਿੱਤਣਾ ਬਹੁਤ ਔਖਾ ਹੈ। ਤਿਸ ਨੂੰ ਸੁਖ ਸੁਪਨੇ ਨਹੀਂ ਦੁਖੇ ਦੁਖ ਵਿਹਾਈ। ਮਨਮੁਖ ਦੀ ਦਸ਼ਾ ਸਤਿਗੁਰੂ ਦੱਸ ਰਹੇ ਨੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਜੇ ਕੋਈ ਕੁਦਰੇ ਚਾਹੇ ਕਿ ਉਹਨੂੰ ਸੁਪਨੇ ਦੇ ਵਿੱਚ ਵੀ ਸੁੱਖ ਮਿਲ ਜਾਵੇ, ਉਹਨੂੰ ਸੁਪਨੇ ਦੇ ਵਿੱਚ ਵੀ ਕਦੇ ਸੁੱਖ ਨਹੀਂ ਮਿਲ ਸਕਦਾ, ਉਹ ਹਮੇਸ਼ਾ ਹੀ ਦੁਖੀ ਰਹੇਗਾ। ਘਰ ਘਰ ਪੜ ਪੜ ਪੰਡਤ ਥਕੇ ਸਿੱਧ ਸਮਾਧ ਲਗਾਏ। ਕਹਿੰਦੀ ਪੰਡਤ ਵੇਖੋ ਥੱਕ ਗਏ ਪੜ ਪੜ ਕੇ, ਜਿਹੜੇ ਸਿੱਧ ਜੋਗੀ ਸਨ ਆਪਣੀਆਂ ਸਮਾਧੀਆਂ ਲਗਾ ਲਗਾ ਕੇ ਥੱਕ ਗਏ। ਇਹ ਮਨ ਨਹੀਂ ਵਸ ਦੇ ਵਿੱਚ ਆਇਆ। ਸਤਿਗੁਰੂ ਕਹਿੰਦੇ ਇਹ ਮਨ ਵਸ ਨਾ ਆਵੇ ਥਕੇ ਕਰਮ ਕਮਾਏ। ਕਹਿੰਦੇ ਬੜੇ ਕਰਮ ਕੀਤੇ
ਪਰ ਇਹ ਮਨ ਵਸ ਦੇ ਵਿੱਚ ਨਹੀਂ ਹੋਇਆ, ਮਨ ਕੰਟਰੋਲ ਦੇ ਵਿੱਚ ਨਹੀਂ ਹੋਇਆ। ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਫਿਰ ਸਤਿਗੁਰੂ ਕਹਿੰਦੇ ਨੇ, ਭੇਖ ਤਾਰੀ ਭੇਖ ਕਰ ਥਕੇ, 68 ਤੀਰਥ ਨਾਏ। ਕਿਉਂਕਿ ਭੇਖਾਂ ਦੇ ਨਾਲ ਅਡੰਬਰ ਕੀਤਿਆਂ ਪਿਆਰਿਓ ਪ੍ਰਭੂ ਵਸ ਦੇ ਵਿੱਚ ਨਹੀਂ ਹੁੰਦਾ। ਲੋਕਾਂ ਨੂੰ ਭੇਖ ਦਿਖਾ ਕੇ ਅਸੀਂ ਮਗਰ ਲਗਾ ਸਕਦੇ ਹਾਂ। 68 ਤੀਰਥ ਨਾਏ, 68 ਤੀਰਥਾਂ ਤੇ ਜਾ ਕੇ ਇਸ਼ਨਾਨ ਵੀ ਕਰ ਲਿਆ, ਭੇਖ ਵੀ ਕਹਿੰਦੇ ਬਣਾ ਲਿਆ ਸਾਧੂਆਂ ਵਾਲਾ ਕਿ ਮੇਰੀ ਵਰਗਾ ਕੋਈ ਨਹੀਂ। 68 ਤੀਰਥਾਂ ਤੇ ਜਾ ਕੇ ਇਸ਼ਨਾਨ ਵੀ ਕਰ ਲਿਆ, ਪਰ ਹੋਇਆ ਕਿ ਮਨ ਕੀ ਸਾਰ ਨ ਜਾਣਨੇ, ਹਉ ਮੈਂ ਭਰਮ ਭੁਲਾਏ। ਇਹਦੀ ਭਰਮਾਂ ਭੁਲੇਖਿਆਂ ਦੇ ਵਿੱਚ ਪਿਆਰਿਆ ਇਹਨੂੰ ਮਨ ਦੇ ਬਾਰੇ ਪਤਾ ਹੀ ਕੋਈ ਨਹੀਂ ਲੱਗਿਆ। ਹਾਲੇ ਤੱਕ ਮਨ ਦੇ ਬਾਰੇ ਪਤਾ ਕੋਈ ਨਹੀਂ ਲੱਗਿਆ। ਗੁਰ ਪ੍ਰਸਾਦੀ ਭਉ ਭਇਆ, ਵਡ ਭਾਗ ਵਸਿਆ ਮਨ ਆਏ। ਇਹਦੀ ਗੁਰੂ ਦੀ ਕਿਰਪਾ ਦੇ ਨਾਲ ਮਨ ਅੰਦਰ ਭਉ ਬਣਦਾ ਹੈ। ਜਦੋਂ ਗੁਰੂ ਬਖਸ਼ਿਸ਼ ਕਰ ਦਿੰਦਾ ਫਿਰ ਮਨ ਅੰਦਰ ਮਿੱਠਾ ਭਉ ਬਣ ਜਾਂਦਾ ਪਿਆਰਿਓ। ਫਿਰ ਇਹ ਮਨ ਵਸ ਦੇ ਵਿੱਚ ਹੋ ਜਾਂਦਾ। ਪੈ ਪਿਆ ਮਨ ਵਸ ਹੋਆ, ਹਉ ਮੈਂ ਸ਼ਬਦ ਜਲਾਏ। ਕਹਿੰਦੇ ਜਦੋਂ ਵਾਹਿਗੁਰੂ ਦਾ ਭਉ ਮਨ ਅੰਦਰ ਪੈ ਜਾਂਦਾ ਤੇ ਜਿਹੜਾ ਹਉਮੈ ਦਾ ਨਾਸ ਹੋ ਜਾਂਦਾ, ਹਉਮੈ ਖਤਮ ਹੋ ਜਾਂਦੀ ਹੈ। ਸੱਚ ਰਤੇ ਸੇ ਨਿਰਮਲੇ, ਜੋਤੀ ਜੋਤ ਮਿਲਾਏ। ਜਿਹੜੇ ਸੱਚੇ ਨੇ ਪਰਮੇਸ਼ਰ ਦੇ ਵਿੱਚ ਰਚੇ ਹੋਏ ਨੇ ਪਿਆਰਿਓ, ਉਹਨਾਂ ਦੀ ਜੋਤ ਪਰਮੇਸ਼ਰ ਦੇ ਨਾਲ ਮਿਲ ਜਾਂਦੀ ਹੈ। ਜੋਤੀ ਜੋਤ ਮਿਲਾਏ, ਉਹ ਇਕਮਿਕ ਹੋ ਜਾਂਦੇ ਨੇ ਪਰਮੇਸ਼ਰ ਦੇ ਨਾਲ। ਸਤਿਗੁਰ ਮਿਲਿਆ ਨਾਮ ਪਾਇਆ, ਨਾਨਕ ਸੁਖ ਸਮਾਏ। ਕਹਿੰਦੇ ਜਦੋਂ ਸਤਿਗੁਰੂ ਦਾ ਮਿਲਾਪ ਹੋਇਆ ਉਦੋਂ ਨਾਮ ਦੀ ਪ੍ਰਾਪਤੀ ਹੋਈ, ਤੇ ਨਾਮ ਦੀ ਜਦੋਂ ਪ੍ਰਾਪਤੀ ਹੋ ਗਈ ਫਿਰ ਸੁੱਖ ਦੇ ਵਿੱਚ ਸਮਾ ਗਏ। ਸਤਿਗੁਰੂ ਕਹਿੰਦੇ ਨੇ, ਇਹ ਭੂਪ ਤਰਾਣੇ ਰੰਗ, ਦਿਨ 4 ਸੁਹਾਵੜਾ। ਇਹ ਕਹਿੰਦੇ 4 ਦਿਨਾਂ ਦਾ ਕਈ ਮੌਜ ਮਸਤੀਆਂ ਜਿਹੜੇ ਕਰਦੇ ਨੇ ਨਾ ਉਹਨਾਂ ਵਾਸਤੇ ਆ। ਕਹਿੰਦੇ ਜਿਹੜੇ ਰਾਜੇ ਵੀ ਉਹ ਕਿੰਨੀਆਂ ਮਸਤੀਆਂ ਕਰਦੇ ਨੇ, ਕਿੰਨੇ ਪਿਆਰੇ ਰੰਗ ਰੂਪ ਮਾਣਦੇ ਨੇ, ਪਰ ਕਹਿੰਦੇ ਇਹ 4 ਦਿਨਾਂ ਦੀ ਖੇਡ ਹੈ। ਇਹ ਮਾਇਆ ਰੰਗ ਕੁਸੰਭ, ਖਿਨ ਮੇ ਲੈ ਦਾਵੜਾ। ਕਹਿੰਦੇ ਇਹ ਮਾਇਆ ਦਾ ਰੰਗ ਕਹਿੰਦੇ ਝੂਠਾ ਹੈ, ਇਹ ਝੂਠਾ ਹੈ ਮਾਇਆ ਦਾ ਰੰਗ। ਇਹਦੀ ਕਹਿੰਦੀ ਖਿਨ ਵਿੱਚ ਰਹਿ ਜਾਣਾ ਜਿਵੇਂ ਕੁਸੁੰਬੇ ਦਾ ਰੰਗ ਹੈ। ਇਸੇ ਤਰ੍ਹਾਂ ਹੀ ਚਲਦਿਆਂ ਨਾਲ ਨਾ ਚੱਲੇ, ਸਿਰ ਪਾਪ ਲੈ ਦਾਵੜਾ। ਚਲਦਿਆਂ ਤੇ ਮਨੁੱਖ ਦੇ ਨਾਲ ਕੁਝ ਵੀ ਨਹੀਂ ਜਾਂਦਾ, ਸਿਰਫ ਮਨੁੱਖ ਇਹ ਹੈ ਦੁਨੀਆ ਦੇ ਵਿੱਚ ਪਾਪ ਇਕੱਤਰ ਕਰੀ ਜਾਂਦਾ, ਬੁਰੇ ਕੰਮ ਕਰਕੇ ਸਿਰ ਤੇ ਪਾਪਾਂ ਦਾ ਵੰਡ ਬੰਨ੍ਹ ਕੇ ਤੁਰ ਪੈਂਦਾ ਹੈ। ਜਾਂ ਕਕੜ ਜਲਾਇਆ ਕਾ, ਤਾਂ ਖਰਾ ਡਰਾਵੜਾ। ਜਦੋਂ ਪਿਆਰਿਓ ਮੌਤ ਆਉਂਦੀ ਹੈ, ਮੌਤ ਆਉਂਦੀ ਹੈ ਤੇ ਧਰਮਰਾਜ ਦੇ ਦੂਤ ਅੱਗੇ ਲਾ ਲੈਂਦੇ ਨੇ। ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵੜਾ। ਕਹਿੰਦੇ ਵੇਲਾ ਉਦੋਂ ਖੁੰਝ ਚੁੱਕਿਆ ਹੁੰਦਾ, ਉਦੋਂ ਵਕਤ ਲੰਘ ਚੁੱਕਿਆ ਹੁੰਦਾ, ਫਿਰ ਪਛਤਾਵੇ ਤੋਂ ਬਿਨਾਂ ਹੱਥ ਕੁਝ ਵੀ ਨਹੀਂ ਆਉਂਦਾ। ਤੇ ਸਤਿਗੁਰੂ ਕਹਿ ਰਹੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਫਿਰ ਮਿਲਣ ਨਾ ਪਾਏ ਨੇ, ਜੋ ਮੈਂ ਤੈ ਵਰਦਾਹੀ। ਕਹਿੰਦੇ ਉਹ ਆਉਂਦੇ ਰਹਿੰਦੇ ਨੇ, ਜਾਂਦੇ ਰਹਿੰਦੇ ਨੇ, ਜਗਤ ਦੇ ਵਿੱਚ ਚੱਕਰ ਉਹਨਾਂ ਦਾ 84 ਦਾ ਮੁੱਕਦਾ ਹੀ ਕੋਈ ਨਹੀਂ, ਪਰ ਸਤਿਗੁਰੂ ਦੇ ਨਾਲ ਉਹਨਾਂ ਦਾ ਮਿਲਾਪ ਨਹੀਂ ਹੁੰਦਾ। ਸਤਿਗੁਰੂ ਦੇ ਨਾਲ ਮਿਲਾਪ ਕਿਉਂ ਨਹੀਂ ਹੁੰਦਾ? ਕਿਉਂਕਿ ਗੁਰੂ ਦੇ ਰਾਹੀਂ ਗੁਰਮੁਖ ਬਣ ਕੇ ਗੁਰੂ ਦੇ ਕੋਲ ਬੈਠੇ ਕੋਈ ਨਹੀਂ, ਗੁਰੂ ਦੀ ਬਾਣੀ ਨੂੰ ਸਰਵਣ ਕੋਈ ਨਹੀਂ ਕੀਤਾ। ਸਹਿਸਾ ਰੋਗ ਨ ਛੁਡਏ, ਦੁਖ ਹੀ ਮੈਂ ਦੁਖ ਪਾਹੀ। ਸਹਿਸਾ ਕਹਿੰਦੇ ਚਿੰਤਾ ਨਹੀਂ ਕਹਿੰਦੇ ਕਦੇ ਵੀ ਉਹਨਾਂ ਦੀ ਜਾਂਦੀ, ਉਹ ਹਮੇਸ਼ਾ ਹੀ ਦੁਖੀ ਹੁੰਦੇ ਰਹੇ। ਦੁਖੀ ਕਿਉਂ ਹੁੰਦੇ ਨੇ? ਕਿ ਸਤਿਗੁਰ ਤੋਂ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜਦੋਂ ਬੇਮੁਖ ਹੋ ਗਿਆ ਫਿਰ ਜਨਮਾਂ ਦੇ ਵਿਛੋੜੇ ਪੈ ਜਾਂਦੇ ਪਿਆਰਿਓ। ਨਾਨਕ ਨਦਰੀ ਬਖਸ਼ ਲਏ, ਸ਼ਬਦੇ ਮੇਲ ਮਿਲਾ। ਸਤਿਗੁਰੂ ਜੀ ਕਦੀ ਬਖਸ਼ਿਸ਼ ਕਰ ਦੇਵੇ, ਰਹਿਮਤ ਕਰ ਦੇਵੇ ਤੇ ਉਹਨੂੰ ਸ਼ਬਦ ਦੇ ਦੇਵੇ। ਵਾਹਿਗੁਰੂ ਤਰਸ ਕਰਕੇ ਹੀ ਸ਼ਬਦ ਦਿੰਦੇ ਨੇ। ਉਸ ਸ਼ਬਦ ਦੇ ਨਾਲ ਮਿਲ ਕਰਕੇ ਸ਼ਬਦੇ ਮੇਲ ਮਿਲਾਏ, ਸ਼ਬਦ ਦੇ ਕਰਕੇ ਉਸਨੂੰ ਆਪਣੇ ਨਾਲ ਮਿਲਾ ਲੈਂਦੇ ਨੇ।
जिस ते वो बख्शिश कर देंदे ने, जिस ते वो रहमत कर देंदे ने, भावें मनमुख भी क्यों ना होवे, जे गुरु की बख्शिश हो जावे, रहमत हो जावे, तो सतगुरु अपना शब्द बख्शिश करके, पर शब्द जरूर जुड़ना पवेगा शब्द के नाल। ये नहीं कि इसी तरह ही मनमुख बदल जाएगा, पहलों शब्द के नाल जुड़ेगा तो फिर सतगुरु अपने नाल मिलावेगा। महला तीजा, जो सतगुर ते मुँह फिरे, ते न ठौर न ठाऊ। जिन्हां ने सतगुरु तू पासा ही वटिया होया, मुँह फिरे मनमुख, ते न ठौर न ठाऊ। कहते उन्होंने उत्थे भी थां थत्था कोई नहीं मिलना, ਇੱਥੇ भी उन्होंने कोई चंगा नहीं कहता, ते दरगाह दे विच भी उन्होंने कोई थां थत्था नहीं मिलना, उत्थे जगह उन्होंने कोई नहीं मिलेगी, क्योंकि उन्होंने काम ही चंगा कोई नहीं किया। जो छुट्टड़ कर कर फिरै, दो चारण बदना। प्यारी आ शब्द जी किधरे वैसे किसी को कह दिए तो तुहाडे गल नूं पै जावेगा। धन गुरु अमरदास जी पातशाह अपने पावन पवित्र बचनां दे विच ये गल कह रहे ने, जो छुट्टड़, एक छड्डी हुई जनानी छुट्टड़ घर घर फिरै। कहंदी छड्डी हुई जनानी दुह चारण मंद करन, छड्डी हुई दुह चारण बदनाम। कहंदी वो बहुत बदनाम होती है। कहंदी मनमुखां दा भी इही हाल है, ਜਿਹੜੇ ਮਨਮੁਖ ਨੇ ਗੁਰੂ ਨੂੰ ਸਿਮਰਦੇ ਕੋਈ ਨਹੀਂ, ਉਹਨਾਂ ਦਾ ਹਿਸਾਬ ਮਾਨੋ ਇੱਕ ਉਦਾਹਰਣ ਦੀ ਕਿ ਸਤਿਗੁਰਾਂ ਨੇ ਸਮਝਾਈ ਹੈ। ਉਹ ਜਿਵੇਂ ਛੁੱਟੜ ਛੱਡੀ ਹੋਈ ਜਨਾਨੀ, ਮੰਦ ਭਾਗਣ ਮੰਦੀ ਬਿਰਤੀ ਵਾਲੀ, ਕਹਿੰਦੇ ਉਸ ਦੀ ਉਦਾਹਰਣ ਦੀ ਕਿ ਸਤਿਗੁਰਾਂ ਨੇ ਸਮਝਾਇਆ ਕਿ ਜਿਹੜੇ ਮਨਮੁਖ ਪ੍ਰਭੂ ਦਾ ਨਾਮ ਨਹੀਂ ਜਪਦੇ, ਜਿਹੜੇ ਗੁਰੂ ਤੋਂ ਬੇਮੁਖ ਨੇ, ਉਹਨਾਂ ਦਾ ਹਿਸਾਬ ਕਿਤਾਬ ਇਸ ਤਰ੍ਹਾਂ ਦਾ ਹੋਇਆ ਕਰਦਾ। ਨਾਨਕ ਗੁਰਮੁਖ ਬਖਸ਼ੀਐ, से सतगुर मेल मिलाओ। कहते जे किधरे गुरमुख बन जावे, जेड़ा गुरमुख बन जाएगा उन्हें सतगुरु बख्श देगा। जे मनमुख रहेगा बख्शिया नहीं जाएगा। जे किधरे वो गुरमुख बन जाए, गुरु का अनुसारी हो जाए। गुरमुख बन तो भाव ये है गुरु के अनुसार चलना शुरू कर दे, फिर सतगुरु बख्श देगा। सतगुरु खोटियो खरे करे शब्द सवारण हार। सतगुरु खोटियां नूं खरे बना दिंदा है, वो शब्द राही सवार दिंदा है, जेड़ा भी सतगुरु दे नाल जुड़दा है। नानक गुरमुख बख्शीए, गुरु का अनुसारी हो गया तो वह बख्शिया जाएगा। से सतगुर मेल मिलाओ, उन्होंने सतगुरु अपने नाल मिला लेगा। प्यारो जेड़ा भी गुरु के चरणों के नाल जुड़दा है, मालिक उसनूं अपने नाल मिला लेंदा। इतनी बख्शिश कर देंदा, इतनी रहमत कर देंदा है। प्यारी छेवीं पातशाह दे वेले दी जिक्र आउंदा है कि जदों अज तां विद्वान सज्जण बहुत ने, प्यारी सिੱਖੀ दे विच बहुत विद्वान ने, उन्हां समयां दे विच विद्वान बहुत घट होया करदे सन ते पंडित लोग आके कथा करिया करदे सन। पंडित लोगों ने आके गुरबाणी दी विचार गुरसिखां नूं सुणाउणे। इसी तरह छेवीं पातशाह दी कोल श्री हरगोबिंदपुरे एक पंडित आया जिसका नाम नितानंद। नितानंद कथा कहती करने वास्ते सतगुਰਾਂ ने कहता, महाराज मेरी उपजीविका वास्ते जे तुसी बख्शिश करो, रहमत करो, तो मैं बहुत पढ़ाई की हुई है, वेदां पुराणां नूं पढ़िया होया, तो मैं गुरबाणी के अर्थ सिखां नूं करके सुनाया करांगा, मेरी उपजीविका भी चली जाएगी। तो सतगुरु कहते, पंडित जी ठीक है। नितानंद ने प्यारियों रोजाना ही आके कथा करना, बहुत ही बारी संग्रांति तो कथा करता ही होता सी। कथा करदे वो गरुड़ पुराण का हवाला दे रहा सी। गरुड़ पुराण के विच लिखिया भी इसे तरह ही है। गरुड़ पुराण का हवाला दे करके प्यारे जदों कोई भी कथावाचक जितने भी हैं, जदों वो दूसरिया धर्मां का मुतालिया करनगे, दूसरिया धर्मां नूं वेखणगे, उदाहरण दे करके समझाउणगे। दूसरे धर्म नूं मन्नण दी गल नहीं है, उदाहरण असीं किसी भी धर्म की दे सकते। जे चंगी गल किधरों भी तुहानूं मिलदी है ना प्यारे, उहनूं ग्रहण कर लेना चाहिए। हुण नितानंद जिहड़ा सी ये कथा करदियां ये गल कह रहा सी, समझा रहा सी कि जदों मनुख मर जाता है, जदों मनुख मरदा, कहते उहदा जिहड़ा जमपुरी का पैंडा
1 ਸਾਲ ਕਹਿੰਦੇ ਲੱਗ ਜਾਂਦਾ, 365 ਦਿਨ ਕਹਿੰਦੇ ਲੱਗ ਜਾਂਦੇ ਨੇ ਉਹਦੇ ਰਸਤੇ ਦੇ ਵਿੱਚ ਹੀ। ਉਸਦੇ ਕਰਮਾਂ ਅਨੁਸਾਰ ਉਸ ਨੂੰ ਕਹਿੰਦੇ ਮਾਰਦੇ ਨੇ, ਕੁੱਟਦੇ ਨੇ। ਤੇ ਜੇ ਕੋਈ ਗੁਰਮੁਖ ਹੈ ਪਿਆਰੇ, ਉਹਦੀ ਬਖਸ਼ਿਸ਼ ਹੋ ਜਾਂਦੀ ਹੈ ਉਸ ਦੇ ਉੱਤੇ। ਕਹਿੰਦੇ ਮਨਮੁਖ ਦੀ ਐਸੀ ਦਸ਼ਾ ਹੋਇਆ ਕਰਦੀ ਹੈ, ਪ੍ਰਾਣੀ ਜਦੋਂ ਕਹਿੰਦੇ ਚਲਿਆ ਜਾਂਦਾ ਹੈ ਉਸ ਦਾ ਹਿਸਾਬ ਕਿਤਾਬ ਹੁੰਦਾ ਤੇ 1 ਸਾਲ ਲੱਗਦਾ ਹੈ। 1 ਸਾਲ ਪੂਰਾ ਲੱਗ ਜਾਂਦਾ। ਗਰੜ ਪੁਰਾਣ ਦਾ ਹਵਾਲਾ ਦੇ ਕੇ ਇਹ ਕਹਿ ਰਹੇ ਸੀ। ਤੇ ਇੱਕ ਗੁਰਸਿੱਖ ਉੱਠਿਆ, ਗੁਰਸਿੱਖ ਕਹਿੰਦਾ ਪੰਡਤ ਜੀ ਭਾਈ ਸੁੰਦਰ ਕਹਿੰਦੇ ਜਿਹੜਾ ਤੁਸੀਂ ਕਹਿ ਰਹੇ ਹੋ ਨਾ 1 ਸਾਲ ਲੱਗਦਾ, ਜੇ ਕਿਧਰੇ ਮੇਰੇ ਤੇ ਗੁਰੂ ਦੀ ਬਖਸ਼ਿਸ਼ ਹੋਵੇ ਮੈਂ 4 ਪਹਿਰਾਂ ਦੇ ਵਿੱਚ ਇਹ ਪੈਂਡਾ ਤੈਅ ਕਰ ਲਵਾਂਗਾ, ਜਿਹੜਾ ਤੁਸੀਂ 1 ਸਾਲ ਦੇ ਵਿੱਚ ਆਖਦੇ ਹੋ। ਦੂਸਰਾ ਗੁਰਸਿੱਖ ਉੱਠਿਆ ਭਾਈ ਲਾਲ, ਆਖਣ ਲੱਗਾ ਪੰਡਤ ਜੀ ਆਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਕਿ 1 ਸਾਲ ਲੱਗਦਾ ਜਮਪੁਰੀ ਜਾਣ ਵਾਸਤੇ, ਧਰਮਰਾਜ ਦੀ ਕਚਹਿਰੀ ਵਿੱਚ ਪਹੁੰਚਣ ਵਾਸਤੇ, ਜੇ ਮੇਰੇ ਤੇ ਗੁਰੂ ਦੀ ਬਖਸ਼ਿਸ਼ ਹੋ ਜਾਵੇ, ਰਹਿਮਤ ਹੋ ਜਾਵੇ ਤੇ ਇਹ ਮੈਂ 2 ਪਹਿਰਾਂ ਦੇ ਵਿੱਚ ਸਫ਼ਰ ਤੈਅ ਕਰ ਲਵਾਂਗਾ। ਹੁਣ ਇੱਕ ਸੁੱਖ ਉੱਠਿਆ ਪਿਆਰਿਓ, ਫਿਰ ਇੱਕ ਭਾਈ ਫਿਰ ਉੱਠਿਆ ਸੀ ਭਾਈ ਜੀ, ਉਸਨੇ ਇਹ ਗੱਲ ਆਖੀ ਪੰਡਤ ਜੀ ਇਹ ਪੈਂਡਾ ਮੈਂ 1 ਪਹਿਰ ਦੇ ਵਿੱਚ ਖਤਮ ਕਰ ਸਕਦਾ ਹਾਂ, ਇਹ ਪੈਂਡਾ 1 ਪਹਿਰ ਦੇ ਵਿੱਚ ਮੈਂ ਖਤਮ ਕਰ ਸਕਦਾ। ਫਿਰ ਪਿਆਰੂ ਇੱਕ ਗੁਰਸਿੱਖ ਉੱਠਿਆ, ਪੰਡਤ ਜੀ, ਪੰਡਤ ਵੇਖ ਕੇ ਹੈਰਾਨ ਹੋ ਰਿਹਾ ਕਿ ਇਹ ਸਿੱਖ ਕਹਿ ਕੀ ਰਹੇ ਨੇ, ਇੱਕ ਹਿਸਾਬ ਦੀ ਕਹਿੰਦੇ ਮੇਰੀ ਬੇਇੱਜ਼ਤੀ ਕਰ ਰਹੇ ਨੇ। ਸਿੱਖ ਉੱਠਿਆ, ਪੰਡਤ ਜੀ ਜੇ ਕਿਧਰੇ ਗੁਰੂ ਦੀ ਬਖਸ਼ਿਸ਼ ਹੋ ਜਾਵੇ ਮੈਂ ਇਹ ਪੈਂਡਾ 1 ਛਿਣ ਦੇ ਵਿੱਚ ਪੂਰਾ ਕਰ ਲਵਾਂਗਾ। ਇਸ ਨੂੰ ਬੜਾ ਗੁੱਸਾ ਆਇਆ ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਮੇਰੀ ਪੀਰੀ ਦੇ ਮਾਲਕ ਉਹਨਾਂ ਦੇ ਕੋਲ ਆ ਕੇ ਕਹਿਣ ਲੱਗਾ, ਮਹਾਰਾਜ ਆਹ ਤੁਹਾਡੇ ਸਿੱਖ ਕੀ ਕਹਿ ਰਹੇ ਨੇ, ਆਹ ਤੁਹਾਡੇ ਸਿੱਖ ਕੀ ਕਹਿ ਰਹੇ ਨੇ। ਮੈਂ ਗਰੜ ਪੁਰਾਣ ਦੇ ਹਵਾਲੇ ਦੀ ਕਰਕੇ ਕਹਿੰਦੀ ਇਹ ਗੱਲ ਕਹਿ ਰਿਹਾ, ਜੋ ਲਿਖਿਆ ਹੋਇਆ ਉਹ ਮੈਂ ਇਹ ਗੱਲ ਕਹਿ ਰਿਹਾ। ਤੇ ਆਹ ਤੁਹਾਡੇ ਸਿੱਖ ਕੋਈ ਕਹਿੰਦਾ 4 ਪਹਿਰਾਂ ਦੇ ਵਿੱਚ ਮੈਂ ਇਹ ਪੈਂਡਾ ਪੂਰਾ ਕਰ ਲਵਾਂਗਾ, 1 ਸਾਲ ਦਾ ਪੈਂਡਾ। ਫਿਰ ਕਹਿੰਦੀ ਇੱਕ ਕਹਿੰਦਾ ਮੈਂ 2 ਪਹਿਰਾਂ ਦੇ ਵਿੱਚ ਇਹ ਪੂਰਾ ਕਰ ਲਵਾਂਗਾ, ਇੱਕ ਕਹਿੰਦਾ ਮੈਂ 1 ਪਹਿਰ ਦੇ ਵਿੱਚ ਪੂਰਾ ਕਰ ਲਵਾਂਗਾ, ਇੱਕ ਕਹਿੰਦਾ ਛਿਣ ਦੇ ਵਿੱਚ ਹੀ ਪੂਰਾ ਕਰ ਲਵਾਂਗਾ। ਇਹ ਜੀ ਕੁਫਰ ਬੋਲ ਰਹੇ, ਇਹ ਝੂਠ ਬੋਲ ਰਹੇ ਨੇ। ਕੋਲ ਹੀ ਭਾਈ ਗੁਰਦਾਸ ਜੀ ਸਨ। ਭਾਈ ਗੁਰਦਾਸ ਜੀ ਹੁਣਾਂ ਨੂੰ ਸਤਿਗੁਰਾਂ ਨੇ ਇਸ਼ਾਰਾ ਕੀਤਾ, ਕਹਿੰਦੀ ਭਾਈ ਸਾਹਿਬ ਜੀ ਪੰਡਤ ਜੀ ਨੂੰ ਸਮਝਾਓ, ਪੰਡਤ ਜੀ ਨੂੰ ਸਮਝਾਓ ਤੇ ਇਸ ਨੂੰ ਦੱਸੋ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਪੰਡਤ ਜੀ ਨਿਤਾਨੰਦ ਜੀ ਗੁਰੂ ਦੀ ਜੇ ਬਖਸ਼ਿਸ਼ ਹੋ ਜਾਵੇ ਨਾ, ਗੁਰੂ ਦੀ ਰਹਿਮਤ ਹੋ ਜਾਵੇ, ਗੁਰੂ ਦਾ ਸਿੱਖ ਇਸ ਰਸਤੇ ਜਾਂਦਾ ਹੀ ਕੋਈ ਨਹੀਂ। ਕਹਿੰਦੇ ਛਿਣ ਦੀ ਵੀ ਗੱਲ ਛੱਡੋ, ਤੁਸੀਂ ਪੈਰਾਂ ਦੀ ਵੀ ਗੱਲ ਤੁਸੀਂ ਛੱਡੋ, ਜੇ ਗੁਰੂ ਦੀ ਬਖਸ਼ਿਸ਼ ਹੋਵੇ ਜਿਹੜਾ ਗੁਰੂ ਦਾ ਸਿੱਖ ਹੈ ਉਹ ਜਮਪੁਰੀ ਦੇ ਰਸਤੇ ਜਾਂਦਾ ਹੀ ਕੋਈ ਨਹੀਂ। ਉਸ ਨੂੰ ਤੇ ਗੁਰੂ ਦੇ ਚਰਨਾਂ ਦੇ ਵਿੱਚ, ਗੁਰੂ ਦੀ ਪੁਰੀ ਦੇ ਵਿੱਚ ਵਾਸਾ ਹੁੰਦਾ ਹੈ, ਗੁਰੂ ਦੀ ਪੁਰੀ ਦੇ ਵਿੱਚ ਵਾਸਾ ਹੁੰਦਾ। ਸਤਿਗੁਰੂ ਫਿਰ ਆਖਣ ਲੱਗੇ, ਪੰਡਤ ਜੀ ਆ ਜਿਹੜੀਆਂ ਤੁਸੀਂ ਗੱਲਾਂ ਦੱਸ ਰਹੇ ਹੋ ਗਰੜ ਪੁਰਾਣ ਦੇ ਹਵਾਲੇ ਦੇ ਨਾਲ, ਇਹ ਕਿਹਨਾਂ ਵਾਸਤੇ ਹੈ? ਇਹ ਮਨਮੁਖਾਂ ਵਾਸਤੇ ਹੈ। ਜੋ ਤੁਸੀਂ ਕਹਿ ਰਹੇ ਹੋ ਠੀਕ ਕਹਿ ਰਹੇ ਹੋ, ਪਰ ਇਹ ਮਨਮੁਖਾਂ ਵਾਸਤੇ ਹੈ। ਜਿਹੜਾ ਗੁਰੂ ਦਾ ਸਿੱਖ ਹੈ ਨਾ ਉਹ ਇਹ ਰਸਤੇ ਬਿਲਕੁਲ ਹੀ ਨਹੀਂ ਜਾਂਦਾ, ਉਸ ਦੀ ਬਖਸ਼ਿਸ਼ ਹੋ ਜਾਂਦੀ ਹੈ ਗੁਰੂ ਦੀ, ਉਹ ਜਮਪੁਰੀ ਵਾਲੇ ਰਸਤੇ ਨਹੀਂ ਜਾਂਦਾ। ਪਿਆਰੂ ਮਹਾਂਪੁਰਸ਼ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ, ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਇਸੇ ਤਰ੍ਹਾਂ ਦੀ ਵਿਦਿਆ ਹੈ। ਕਹਿੰਦੇ ਪੰਡਿਤ ਇੱਕ ਆਇਆ, ਪੰਡਿਤ ਇੱਕ ਆ ਕਰਕੇ ਕਹਿੰਦਾ ਕਿ ਬਾਬਾ ਜੀ ਮੈਂ ਵੀ ਕਥਾ ਕਰਿਆ ਕਰਾਂ। ਮਹਾਂਪੁਰਸ਼ ਕਹਿੰਦੇ ਕਿ ਦੀਵਾਨ 9 ਵਜੇ ਕਹਿੰਦੇ ਸਮਾਪਤੀ ਹੁੰਦੀ ਹੈ ਕੀਰਤਨ ਤੋਂ ਬਾਅਦ। ਜੇ ਤੁਸੀਂ ਕਥਾ ਕਰਨੀ ਚਾਹੁੰਦੇ ਹੋ ਤੇ ਆ ਕੇ ਕਰ ਸਕਦੇ ਹੋ, ਆ ਕੇ ਕਥਾ ਕਰ ਸਕਦੇ ਹੋ। ਹੁਣ ਜਿਸ ਵੇਲੇ ਇਹ ਪੰਡਿਤ ਕਥਾ ਕਰਨ ਵਾਸਤੇ ਆਇਆ ਕਰਦਾ ਸੀ ਤੇ ਇੱਕ ਦਿਨ ਇਹੋ ਹੀ ਗੱਲ ਚੱਲ ਰਹੀ ਸੀ। ਇਹ ਗਰੜ ਪੁਰਾਣ ਦਾ ਹਵਾਲਾ ਦੇ ਕੇ ਇਹ ਗੱਲ ਇਹ ਕਹਿ ਰਿਹਾ ਸੀ ਕਿ ਜਦੋਂ ਮਨੁੱਖ ਦਾ ਹਿਸਾਬ ਕਿਤਾਬ ਹੋਣਾ, ਧਰਮਰਾਜ ਦੀ ਕਚਹਿਰੀ ਦੇ ਵਿੱਚ ਜਾਣਾ ਹੈ, ਕਹਿੰਦੇ 5 ਸਾਲ ਲੱਗ ਜਾਂਦੇ ਨੇ।
5 ਸਾਲ ਤੱਕ ਸਮਾਂ ਲੱਗ ਜਾਂਦਾ। ਇਹ ਗੱਲ ਇਹ ਕਹਿ ਰਿਹਾ ਸੀ, ਇਹ ਗੱਲ ਇਹ ਕਹਿ ਰਿਹਾ ਸੀ। ਤੇ ਮਹਾਂਪੁਰਸ਼ ਕਥਾ ਸੁਣ ਰਹੇ ਸਨ ਪੰਡਤ ਦੀ। ਤੇ ਇੱਕ ਮਸਤਾਨਾ ਸਿੰਘ ਜਿਸ ਨੂੰ ਆਖਿਆ ਕਰਦੇ ਸਨ, ਮਸਤਾਨਾ ਸਿੰਘ ਉਸ ਨੂੰ ਆਖਿਆ ਕਰਦੇ ਸਨ, ਉਹ ਆਇਆ। ਉਸਨੇ ਦਵਾਈ ਹੱਥ ਦੇ ਵਿੱਚ ਫੜੀ ਹੋਈ ਤੇ ਦੁੱਧ ਦਾ ਗਲਾਸ ਫੜਿਆ ਹੋਇਆ। ਹੱਥ ਦੇ ਵਿੱਚ ਦਵਾਈ ਫੜੀ ਹੋਈ ਹੈ, ਦੁੱਧ ਦਾ ਗਲਾਸ ਫੜਿਆ ਹੋਇਆ। ਇਹ ਮਹਾਂਪੁਰਸ਼ਾਂ ਨੂੰ ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਨੂੰ ਕਹਿੰਦੇ, ਬਾਬਾ ਜੀ ਤੁਹਾਡਾ ਦਵਾਈ ਦਾ ਟਾਈਮ ਹੋ ਗਿਆ, ਆ ਲਓ ਦੁੱਧ ਤੇ ਦਵਾਈ ਖਾ ਲਓ, ਆ ਦੁੱਧ ਲਓ ਤੇ ਦਵਾਈ ਖਾ ਲਓ। ਬਾਬਾ ਜੀ ਕਹਿੰਦੀ, ਪੰਡਤ ਜੀ ਕਥਾ ਕਰ ਰਹੇ ਨੇ, ਕਥਾ ਤੋਂ ਬਾਅਦ ਕਹਿੰਦੀ ਮੈਂ ਦਵਾਈ ਖਾ ਲਵਾਂਗਾ। ਇਸ਼ਾਰਾ ਕੀਤਾ। ਉਹ ਜਿਹੜਾ ਮਸਤਾਨਾ ਸਿੰਘ ਸੀ, ਮਸਤਾਨਾ ਸਿੰਘ ਉਸੇ ਤਰ੍ਹਾਂ ਹੀ ਦੁੱਧ ਦਾ ਗਲਾਸ ਫੜਿਆ ਹੋਇਆ, ਦੁੱਧ ਦਾ ਗਲਾਸ ਫੜਿਆ ਹੋਇਆ, ਉੱਥੇ ਹੀ ਖੜਾ, ਦਵਾਈ ਵੀ ਨਾਲ ਫੜੀ ਹੋਈ। ਤੇ ਪੰਡਤ ਜੀ ਫੇਰ ਕਥਾ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਹਾਲੀ ਸ਼ੁਰੂ ਕਰਦੇ ਸਨ ਤੇ ਇਹ ਗੱਲ ਕਹਿਣ, ਫਿਰ ਇਹ ਗੱਲ ਉਹਨਾਂ ਨੇ ਆਖੀ ਕਿ ਜੰਮਪੁਰੀ ਜਾਣ ਵਾਸਤੇ 5 ਸਾਲ ਦਾ ਸਮਾਂ ਲੱਗਦਾ ਹੈ। ਜਦੋਂ ਇਹ ਗੱਲ ਆਖੀ ਤੇ ਮਸਤਾਨਾ ਸਿੰਘ ਫਿਰ ਮਹਾਂਪੁਰਸ਼ਾਂ ਨੂੰ ਕਹਿੰਦਾ, ਬਾਬਾ ਜੀ ਤੁਹਾਡਾ ਦਵਾਈ ਦਾ ਟਾਈਮ ਲੰਘਦਾ ਜਾਂਦਾ, ਆਹ ਲਓ ਦੁੱਧ ਤੇ ਦਵਾਈ ਖਾ ਲਓ, ਦਵਾਈ ਖਾ ਲਓ, ਡਾਕਟਰ ਨੇ ਤੁਹਾਨੂੰ ਦੱਸਿਆ ਹੋਇਆ। ਮਹਾਂਪੁਰਸ਼ਾਂ ਨੇ ਫਿਰ ਮਸਤਾਨੇ ਸਿੰਘ ਨੂੰ ਇਸ਼ਾਰਾ ਕੀਤਾ ਕਿ ਕੋਈ ਨਾ, ਥੋੜ੍ਹੀ ਦੇਰ ਠਹਿਰ ਜਾਓ, ਫਿਰ ਦਵਾਈ ਖਾ ਲੈਂਦੇ ਹਾਂ। ਪੰਡਤ ਜੀ ਨੂੰ ਕਥਾ ਦੀ ਸਮਾਪਤੀ ਕਰ ਲੈਣ ਦਿਓ, ਕਥਾ ਦੀ ਸਮਾਪਤੀ ਤੋਂ ਬਾਅਦ ਦਵਾਈ ਖਾ ਲਵਾਂਗੇ। ਦੂਸਰੀ ਵਾਰੀ ਇਸ ਤਰ੍ਹਾਂ ਹੋਇਆ, ਥੋੜਾ ਕੁ ਸਮਾਂ ਫਿਰ ਬਤੀਤ ਹੋਇਆ ਪਿਆਰਿਓ ਕਿ ਮਸਤਾਨਾ ਸਿੰਘ ਉਸੇ ਤਰ੍ਹਾਂ ਹੀ ਖੜਾ, ਦੁੱਧ ਦਾ ਗਲਾਸ ਇਹਦੇ ਹੱਥ ਦੇ ਵਿੱਚ ਹੈ, ਦਵਾਈ ਇਹਦੇ ਹੱਥ ਦੇ ਵਿੱਚ ਹੈ। ਥੋੜੇ ਸਮੇਂ ਬਾਅਦ ਫਿਰ ਜਦੋਂ ਪੰਡਤ ਨੇ ਇਹ ਗੱਲ ਆਖੀ ਕਿ ਸਮਾਂ 5 ਸਾਲ ਦਾ ਲੱਗਦਾ ਹੈ, ਜਦੋਂ ਹਿਸਾਬ ਕਿਤਾਬ ਹੋਣਾ, ਧਰਮਰਾਜ ਦੀ ਕਚਹਿਰੀ ਦੇ ਵਿੱਚ ਜਾਣਾ, ਤੇ ਫਿਰ ਆਖਣ ਲੱਗੀ ਉਹ ਮਸਤਾਨਾ ਸਿੰਘ, ਬਾਬਾ ਜੀ ਦਵਾਈ ਦਾ ਸਮਾਂ ਹੋ ਗਿਆ, ਤੁਸੀਂ ਦਵਾਈ ਖਾ ਲਓ, ਆ ਲਓ ਦੁੱਧ, ਆ ਲਓ ਦੁੱਧ। ਤੇ ਨਾਲ ਇਹ ਵੀ ਗੱਲ ਆਖੀ, ਨਾਲ ਬਾਬਾ ਜੀ ਜਦੋਂ ਕਹਿੰਦੇ ਨੇ ਕਿ ਕਥਾ ਦੀ ਸਮਾਪਤੀ ਹੋ ਜਾਣ, ਕਹਿੰਦੀ ਮੈਂ ਇਹੀਓ ਗੱਲ ਇਹਨਾਂ ਦੇ ਕੋਲੋਂ ਸੁਣ ਰਿਹਾ, ਮੈਂ ਇਹਨਾਂ ਦੇ ਕੋਲੋਂ ਇਹ ਗੱਲ ਸੁਣ ਰਿਹਾ, ਵਾਰ-ਵਾਰ ਇਹ ਗੱਲ ਕਹਿ ਰਹੇ ਨੇ ਕਿ ਇਤਨਾ ਸਮਾਂ ਲੱਗੇਗਾ, 5 ਸਾਲ ਦਾ ਸਮਾਂ ਲੱਗੇਗਾ, 5 ਸਾਲ ਦਾ ਸਮਾਂ ਲੱਗੇਗਾ। ਕਹਿੰਦੇ ਰਸਤੇ ਦੇ ਵਿੱਚ ਬੜੀ ਮਾਰ ਕੁਟਾਈ ਹੁੰਦੀ ਹੈ, ਬੜਾ ਬਿਕਮ ਸਮਾਂ ਹੁੰਦਾ। ਤੇ ਕਹਿੰਦੀ ਪੰਡਤ ਜੀ ਮੈਂ ਤੁਹਾਨੂੰ ਧਰਮਰਾਜ ਦੀ ਕਚਹਿਰੀ ਦਿਖਾ ਦੇਵਾਂ। ਮਸਤਾਨਾ ਸਿੰਘ ਆਖਣ ਲੱਗਾ, ਤੁਸੀਂ ਵੇਖਣਾ ਚਾਹੁੰਦੇ ਹੋ? ਤੇ ਪੰਡਤ ਬੜੀ ਤਲਖੀ ਦੇ ਵਿੱਚ ਆਇਆ, ਬੜਾ ਤਲਖੀ ਦੇ ਵਿੱਚ ਆਇਆ। ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਕਹਿੰਦੀ, ਪੰਡਤ ਜੀ ਗੁੱਸਾ ਨਾ ਕਰੋ, ਇਹ ਮਸਤਾਨਾ ਸਿੰਘ ਹੈ, ਇਹ ਮਸਤਾਨਾ ਸਿੰਘ ਹੈ, ਇਸ ਦੀ ਗੱਲ ਦਾ ਕੋਈ ਵੀ ਗੁੱਸਾ ਨਹੀਂ ਕਰਦਾ, ਤੇ ਤੁਸੀਂ ਇਸ ਦੀ ਗੱਲ ਦਾ ਗੁੱਸਾ ਨਾ ਕਰੋ, ਇਹ ਜੋ ਕਹਿੰਦਾ ਕੋਈ ਗੱਲ ਨਹੀਂ। ਕਹਿੰਦਾ ਪੰਡਤ ਗੁੱਸੇ ਦੇ ਵਿੱਚ ਆ ਕੇ ਕਹਿੰਦੀ, ਇਹ ਮੈਨੂੰ ਇਹ ਗੱਲ ਕਹਿੰਦਾ ਕਿ ਤੈਨੂੰ ਮੈਂ ਧਰਮਰਾਜ ਦੀ ਪੁਰੀ ਦਿਖਾ ਦੇਣਾ, ਤੈਨੂੰ ਧਰਮਰਾਜ ਨੂੰ ਮਿਲਾ ਦੇਣਾ। ਇਹ ਕਹਿੰਦੇ ਮੈਨੂੰ ਮਿਲਾਵੇ, ਕਹਿੰਦੇ ਮੈਨੂੰ ਧਰਮਰਾਜ ਦੇ ਨਾਲ ਮੇਰਾ ਮੇਲ ਕਰਾ ਦੇ। ਕਹਿੰਦੇ ਮੈਂ ਇਸ ਨੂੰ ਹੁਣ ਤਾਂ ਜਾਣਾਂਗਾ, ਕਹਿੰਦੇ ਇਹ ਮੈਨੂੰ 3-4 ਵਾਰੀ ਕਹਿੰਦੇ ਕਥਾ ਕਰਦਿਆਂ ਨੇ ਇਸ ਨੇ ਟੋਕਿਆ ਹੈ, 3-4 ਵਾਰੀ ਤੁਹਾਨੂੰ ਵਾਰ-ਵਾਰ ਆ ਕੇ ਕਹਿ ਰਿਹਾ ਦੁੱਧ ਪੀ ਲਓ, ਦਵਾਈ ਖਾ ਲਓ। ਕਥਾ ਵਿੱਚ ਤੁਸੀਂ ਇੱਕ ਵਾਰੀ ਇਸ ਨੂੰ ਆਖਿਆ ਕਿ ਠਹਿਰ ਜਾ, ਦੂਸਰੀ ਵਾਰੀ ਫਿਰ ਇਹ ਦੁੱਧ ਤੇ ਦਵਾਈ ਕਹਿੰਦੇ ਲੈ ਕੇ ਇੱਥੇ ਹੀ ਖੜਾ, ਇਹਨੇ ਮੈਨੂੰ ਕਥਾ ਨਹੀਂ ਕਰਨ ਦਿੱਤੀ, ਬਿਲਕੁਲ ਨਹੀਂ। ਵਾਰ-ਵਾਰ ਕਹਿੰਦੀ ਟੋਕਦਾ ਰਿਹਾ, ਤੇ ਮੈਂ ਹੁਣ ਚਾਹੁੰਦਾ ਕਿ ਮੈਨੂੰ ਇਹ ਧਰਮਰਾਜ ਦੇ ਦਰਸ਼ਨ ਕਰਾਵੇ, ਮੈਨੂੰ ਇਹ ਧਰਮਰਾਜ ਦੇ ਦਰਸ਼ਨ ਕਰਾਵੇ। ਉਹ ਮਸਤਾਨਾ ਸਿੰਘ ਕਹਿੰਦਾ, ਪੰਡਤ ਜੀ ਤੁਸੀਂ ਦਰਸ਼ਨ ਕਰਨਗੇ? ਕਹਿੰਦੇ ਹਾਂ, ਮੈਨੂੰ ਕਰਾ ਦਰਸ਼ਨ ਧਰਮਰਾਜ ਦੇ। ਕਹਿੰਦੇ ਅੱਖਾਂ ਮੀਟ, ਫਿਰ ਕਹਿੰਦੇ ਅੱਖਾਂ ਮੀਟ। ਕਹਿੰਦੇ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਨੂੰ ਉਹ ਮਸਤਾਨਾ ਸਿੰਘ ਕਹਿੰਦਾ, ਬਾਬਾ ਜੀ ਇਹਨਾਂ ਨੂੰ ਫੇਰੀ ਦਵਾਈ ਜਾਈਏ, ਇਹਨਾਂ ਨੂੰ ਧਰਮਰਾਜ ਦੇ ਦਵਾਰ ਦੀ ਕਚਹਿਰੀ ਦੀ ਫੇਰੀ ਦਵਾਈ ਲਿਆਈਏ। ਕਹਿੰਦੇ ਪੰਡਤ ਜੀ ਅੱਖਾਂ ਮੀਟੋ। ਅੱਖਾਂ ਮੀਟੀਆਂ ਜਿਸ ਵੇਲੇ ਪੰਡਤ ਨੇ
ਤੇ ਨਾਲ ਮਸਤਾਨਾ ਸਿੰਘ। ਨਾਲ ਉਹ ਮਸਤਾਨਾ ਸਿੰਘ ਪਿਆਰੂ ਧਰਮਰਾਜ ਦੀ ਕਚਹਿਰੀ ਦੇ ਵਿੱਚ ਪਹੁੰਚ ਗਏ। ਧਰਮਰਾਜ ਦੀ ਕਚਹਿਰੀ ਦੇ ਵਿੱਚ ਪਹੁੰਚ ਗਏ ਤੇ ਉੱਥੇ ਜਾ ਕਰਕੇ ਧਰਮਰਾਜ ਨੇ ਪੁੱਛਿਆ ਮਸਤਾਨੇ ਸਿੰਘ ਦਾ, ਕਹਿੰਦੇ ਬਹੁਤ ਮਾਣ ਸਤਿਕਾਰ ਕੀਤਾ ਧਰਮਰਾਜ ਨੇ, ਕਿਉਂਕਿ ਪਰਮੇਸ਼ਰ ਦੇ ਪਿਆਰੇ ਬੰਦਗੀ ਵਾਲਿਆਂ ਦਾ ਉੱਥੇ ਵੀ ਮਾਣ ਹੈ, ਇੱਥੇ ਵੀ ਮਾਣ ਹੈ। ਮਸਤਾਨਾ ਸਿੰਘ ਹਰ ਵੇਲੇ ਪਰਮੇਸ਼ਰ ਦਾ ਨਾਮ ਜਪਦਾ ਰਹਿੰਦਾ ਸੀ, ਪਰ ਸਾਰੇ ਉਸ ਨੂੰ ਇਹੋ ਕਹਿੰਦੇ ਸਨ ਇਹ ਮਸਤਾਨਾ ਸਿੰਘ ਹੈ, ਪਰ ਉਹ ਪ੍ਰਭੂ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਸੀ। ਕਹਿੰਦੇ ਆਓ ਮਸਤਾਨਾ ਜੀ, ਤੁਸੀਂ ਕਿਸ ਤਰ੍ਹਾਂ ਆਏ? ਕਹਿੰਦੇ ਆ ਪੰਡਿਤ ਜੀ, ਕਹਿੰਦੇ ਇਹ ਗੱਲ ਕਹਿ ਰਹੇ ਸੀ ਕਿ 5 ਸਾਲ ਦਾ ਸਮਾਂ ਲੱਗਦਾ ਹੈ ਧਰਮਰਾਜ ਦੇ ਕੋਲ ਪਹੁੰਚਣ ਵਾਸਤੇ, ਤੇ ਮੈਂ ਇਸ ਨੂੰ ਇਹ ਗੱਲ ਆਖੀ ਆ ਤੈਨੂੰ ਮੈਂ ਛਿਨ ਦੇ ਵਿੱਚ ਹੀ ਮਿਲਾ ਦਿੰਦਾ ਧਰਮਰਾਜ, ਆ ਤੈਨੂੰ ਮੈਂ ਛਿਨ ਦੇ ਵਿੱਚ ਹੀ ਧਰਮਰਾਜ ਨੂੰ ਮਿਲਾ ਦਿੰਦਾ। ਤੇ ਹੁਣ ਜਿਹੜਾ ਪੰਡਿਤ ਸੀ ਉਹ ਆਪਣੀ ਗਰੜ ਪ੍ਰਾਣ ਦੇ ਹਵਾਲਿਆਂ ਵੱਲ ਵੇਖ ਰਿਹਾ, ਉਸ ਦਾ ਧਿਆਨ ਉਸ ਬੁੱਕ ਵੱਲ ਜਾ ਰਿਹਾ, ਗਰੜ ਪ੍ਰਾਣ ਵੱਲ ਜਾ ਰਿਹਾ ਕਿ ਉਹਨਾਂ ਦੇ ਅੱਖਰਾਂ ਨੂੰ ਵੇਖ ਰਿਹਾ, ਲਿਖੇ ਹੋਏ ਅੱਖਰ ਉਹਦੇ ਦਿਮਾਗ ਦੇ ਵਿੱਚ ਆ ਰਹੇ ਨੇ। ਕਹਿੰਦੇ ਇਹ ਕਿਵੇਂ ਹੋਇਆ, ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਧਰਮਰਾਜ ਦੀ ਕਚਹਿਰੀ ਦੇ ਵਿੱਚ ਸਾਹਮਣੇ ਧਰਮਰਾਜ ਦੇ ਖੜਾ। ਕਹਿੰਦੇ ਪਿਆਰਿਆ ਇਹ ਸਾਰਾ ਕੁਝ ਹੋ ਜਾਂਦਾ, ਇਹ ਸਾਰਾ ਕੁਝ ਹੋ ਜਾਂਦਾ। ਇਹ ਜਿਸ ਨੂੰ ਤੂੰ ਮਸਤਾਨਾ ਸਮਝਦਾ, ਇਸ ਤੇ ਗੁਰੂ ਦੀ ਬੜੀ ਬਖਸ਼ਿਸ਼ ਹੈ, ਬੜੀ ਰਹਿਮਤ ਹੈ। ਇਹ ਹਰ ਵੇਲੇ ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗਿਆ ਹੋਵੇਗਾ ਰਹਿੰਦਾ ਹੈ। ਤੇ ਕਹਿੰਦੇ ਮੇਰੀ ਤੇ ਕਿਸ ਤਰ੍ਹਾਂ ਬਖਸ਼ਿਸ਼ ਹੋਵੇਗੀ? ਕਹਿੰਦੇ ਗੁਰੂ ਦੇ ਚਰਨਾਂ ਦੇ ਨਾਲ ਤੂੰ ਵੀ ਜੁੜ ਜਾ, ਤੂੰ ਵੀ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰਿਆ ਕਰ, ਪਰਮੇਸ਼ਰ ਦਾ ਨਾਮ ਜਪਿਆ ਕਰ। ਪਰਮੇਸ਼ਰ ਦਾ ਨਾਮ ਜਪੇਗਾ ਤੇ ਤੇਰੇ ਤੇ ਵੀ ਬਖਸ਼ਿਸ਼ ਹੋ ਜਾਵੇਗੀ। ਜਿਹੜੇ ਵੀ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜਾਂਦੇ ਨੇ ਪਿਆਰਿਓ, ਉਹ ਬਖਸ਼ੇ ਜਾਂਦੇ ਨੇ। ਸਤਿਗੁਰੂ ਕਹਿ ਰਹੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਨਾਨਕ ਗੁਰਮੁਖ ਬਖਸ਼ੀਐ ਸੇ ਸਤਿਗੁਰ ਮੇਲ ਮਿਲਾਓ। ਸਤਿਗੁਰੂ ਗੁਰਮੁਖਾਂ ਦੀ ਬਖਸ਼ਿਸ਼ ਇਤਨੀ ਕਰ ਦਿੰਦਾ, ਜੇ ਕੋਈ ਗੁਰੂ ਦਾ ਅਨੁਸਾਰੀ ਬਣ ਜਾਵੇ ਤੇ ਸਤਿਗੁਰ ਮੇਲ ਮਿਲਾਓ, ਉਹਨਾਂ ਦਾ ਉਸ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਂਦਾ। ਸਤਿਗੁਰੂ ਦੇ ਰੰਗ, ਸਤਿਗੁਰੂ ਦੇ ਸਨਮੁਖ ਹੋ ਕਰਕੇ ਪੌੜੀ, ਜੋ ਸੇਵੇ ਸਤ ਮੁਰਾਰ ਸੇ ਭਵ ਜਲ ਤਰ ਗਿਆ। ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਉਚਾਰਨ ਕੀਤੀ ਹੋਈ ਇਹ ਪੌੜੀ ਹੈ। ਕਹਿੰਦੇ ਜਿਹੜਾ ਵੀ ਸਿਮਰਦਾ ਸਤ ਪਰਮੇਸ਼ਰ, ਤੇਰਾ ਸਤਨਾਮ ਪਰਮੇਸ਼ਰ, ਪਰਮੇਸ਼ਰ ਦੇ ਸੱਚੇ ਨਾਮ ਦੇ ਨਾਲ ਜਿਹੜਾ ਜੁੜ ਜਾਂਦਾ, ਜਿਹੜਾ ਪਰਮੇਸ਼ਰ ਨੂੰ ਯਾਦ ਕਰਦਾ ਸੇ ਭਵਜਲ ਤਰ ਗਿਆ। ਸੰਸਾਰ ਸਮੁੰਦਰ ਤੋਂ ਜ਼ਰੂਰ ਉਹ ਤਰ ਜਾਵੇਗਾ ਪਿਆਰਿਓ। ਸੰਸਾਰ ਸਮੁੰਦਰ ਤਰਨਾ ਬੜਾ ਔਖਾ ਹੈ, ਸੰਸਾਰ ਸਮੁੰਦਰ ਤੋਂ ਉਹ ਤਰ ਜਾਵੇਗਾ ਜਿਹੜਾ ਸੱਚੇ ਪ੍ਰਭੂ ਦੇ ਨਾਲ ਜੁੜ ਜਾਵੇਗਾ। ਜੋ ਸੇਵੀ, ਜਿਹੜਾ ਸਿਮਰੇਗਾ, ਜਿਹੜਾ ਸਾਸ ਸਾਸ ਪ੍ਰਭੂ ਦਾ ਨਾਮ ਉਚਾਰਨ ਕਰੇ।